जी आया नूं प्यारे विद्यार्थियों, 12th क्लास की इंग्लिश की बुक अ रेनबो ऑफ इंग्लिश सैक्शन ए लैसन नंबर 10 गदरी बाबाज इन काला पानी जेल अर्थात काले पानी के जेल विच गदरी बाबे। सो इस लैसन के क्वेश्चन आंसरस शॉर्ट आंसर टाइप क्वेश्चन पार्ट 1 जोड़ा है वो इस वीडियो में करन जा रहे हैं। सो तुसी नोटबुक ते पेन लैके सारे आंसरस नोट डाउन कर लो तो एक्सप्लेनेशन ध्यान दे नाल सुनो। ਜਿਹੜੇ ਕੋਈ ਔਖੇ ਸ਼ਬਦ ਆਣਗੇ ਉਹਨਾਂ ਦੇ ਅਰਥ ਨਾਲ ਦੇ ਨਾਲ ਤੁਸੀਂ ਪੰਜਾਬੀ ਦੇ ਵਿੱਚ ਆਪਣੀ ਨੋਟਬੁੱਕ ਵਿੱਚ ਵੀ ਉਤਾਰ ਲੈਣੇ ਨੇ। ਇਸੇ ਚੈਨਲ ਦੇ ਉੱਤੇ 11th 12th ਗ੍ਰਾਮਰ ਦੀ ਇੱਕ ਹੋਰ ਪਲੇਲਿਸਟ ਹੈ ਜਿਹਦੇ ਵਿੱਚ ਤੁਹਾਡੀ ਗ੍ਰਾਮਰ ਤੇ ਕੰਪੋਜੀਸ਼ਨ ਦੇ ਐਕਸਰਸਾਈਜ਼ਸ ਨੂੰ ਹੱਲ ਕਰਕੇ ਪਾਇਆ ਜਾ ਰਿਹਾ। ਸੋ ਤੁਸੀਂ ਚੈਨਲ ਤੇ ਜਾ ਕੇ ਉਸ ਪਲੇਲਿਸਟ ਤੇ ਜਾ ਕੇ ਉਹ ਵੀਡੀਓਜ਼ ਵੀ ਦੇਖ ਸਕਦੇ ਹੋ। ਸੋ ਆਓ ਸ਼ੁਰੂ ਕਰੀਏ। आंसर दी फॉलोइंग क्वेश्चंस इन 10 to 15 वर्ड्स ईच अर्थात शॉर्ट आंसर टाइप क्वेश्चंस ने। सो पहला क्वेश्चन जो बड़ा सौखा है ना ही लेने ने। लिस्ट अ फ्यू की मैंबर्स ऑफ द गदर पार्टी अर्थात गदर पार्टी के कुछ जोड़े मुख की मैंबर से जोड़े उन्होंने नाम लिखो। अ फ्यू की मैंबर्स ऑफ द गदर पार्टी वर बाबा सोहन सिंह पखना, बाबा निधान सिंह, करतार सिंह सराभा, केर सिंह, काला सिंह, गुरदीप सिंह, विष्णु गणेश पांडे पिंगले, विष्णु गणेश पिंगले ते लाला हरदयाल। सो होर भी नां ने इन्हां चों तुसीं 4-5 नां जिहड़े है जिक्र कर सकते हो। नां ते बड़े मशहूर ने। बाबा सोहन सिंह पखना ते बड़ा मशहूर नां है ते करतार सिंह सराभा ते बहुत ही मशहूर नां है। सो एक निधान ते कक्के तो होर देख लो, केर सिंह, काला सिंह, गुरदीप सिंह भी नां मशहूर है। सो यह नां तुसीं ऐड कर सकते हो। ठीक है, अगे चलिए। क्वेश्चन नंबर 2, वट वॉज द मोड ऑफ टॉर्चरिंग। टॉर्चर होंदा है तसीहे देने। मोड ऑफ टॉर्चरिंग माने तसीहे देने का ढंग। ब्रेव मैंने बहादुर, फाइटर्स मैंने लड़ाकू या जड़े घुलाटीए सीगे लड़न वाले। बाय दी ब्रिटिश गवर्नमेंट अर्थात ब्रिटिश गवर्नमेंट द्वारा जड़े बहादुर लड़ाकू सीगे उन्होंने तसीहे देने का केड़ा ढंग सी। सो जवाब है द ब्रिटिश गवर्नमेंट टॉर्चर्ड, क्योंकि वाज है पास्ट टेंस टॉर्चर्ड, तसीहे दिंदी सी ब्रेव फाइटर्स बाय मेकिंग दैम वर्क ऑन दी ऑयल मिल टू एक्सट्रैक्ट अ मिनिमम ऑफ 30 पाउंड्स ऑफ कोकोनट ऑयल। पहला तो क्या सी कि उन्होंने यह काम करने ਲਈ मजबूर करती सी कि ਜਿਹੜੀ ਉਹ ਕੋਲੂ ਹੈਗਾ ਤੇਲ ਕੱਢਣ ਵਾਲਾ ਉਹਦੇ ਚੋਂ ਘੱਟ ਤੋਂ ਘੱਟ 30 ਪਾਉਂਡ ਕੋਕੋਨਟ ਆਇਲ ਕੱਢਿਆ ਜਾਵੇ। 30 ਪਾਉਂਡ ਕਿੰਨਾ ਹੁੰਦਾ ਬੱਚੋ? ਅੱਜ ਕੱਲ ਇਹ ਪਾਉਂਡ ਨਹੀਂ ਵਰਤਿਆ ਜਾਂਦਾ, ਅੱਜ ਕੱਲ ਕਿਲੋ ਵਰਤਿਆ ਜਾਂਦਾ। ਜਿਹੜਾ 1 ਪਾਉਂਡ ਹੈਗਾ ਉਹ ਤਕਰੀਬਨ 454 ਗ੍ਰਾਮ ਦਾ ਹੁੰਦਾ ਹੈ। ਸੋ ਮੋਟਾ ਮੋਟਾ ਅਸੀਂ ਕਹਿ ਸਕਦੇ ਹਾਂ ਅੱਧਾ ਕਿਲੋ ਤੋਂ ਵੀ ਘੱਟ ਹੁੰਦਾ ਹੈ। ਸੋ 30 ਪਾਉਂਡ ਦਾ ਅਸੀਂ ਕਹਿ ਸਕਦੇ ਹਾਂ ਕਰੀਬ 14 ਲੀਟਰ, 14 ਕਿਲੋ ਜਿਹੜਾ ਕੋਕੋਨਟ ਆਇਲ ਜਿਹੜਾ ਹੈਗਾ ਨਾਰੀਅਲ ਦਾ ਤੇਲ ਕੋਲੂ ਚ ਪੀੜ ਕੇ ਕੱਢਣਾ। ਇੱਕ ਤਾਂ ਇਹ ਕੰਮ ਸੀਗਾ ਡੇਲੀ ਰੋਜ਼ ਦਾ। ਐਂਡ ਪਾਉਂਡ ਦਾ ਹੁਣ ਇੱਥੇ ਇਹ ਪਾਉਂਡ ਹੈਗਾ ਬੱਚੋ ਉਹ ਵਾਲਾ ਪਾਉਂਡ ਭਾਰ ਵਾਲਾ। 1 ਪਾਉਂਡ ਹੁੰਦਾ ਠੋਕਣਾ, ਕੁੱਟਣਾ, ਜਿਹਦਾ ਅਸੀਂ ਕੁੰਡੇ ਵਿੱਚ ਮੋੜੇ ਦੇ ਨਾਲ ਕੁੱਟਦੇ ਹਾਂ ਉਹਨੂੰ ਕਹਿੰਦੇ ਨੇ ਪਾਉਂਡਿੰਗ। ਉਹ ਕਿਰਿਆ ਨੂੰ ਪਾਉਂਡਿੰਗ ਕਹਿੰਦੇ ਨੇ। ਤੇ ਐਂਡ ਪਾਉਂਡ ਕੋਕੋਨਟ ਹਸਕ ਹੁੰਦਾ ਜਿਹੜੇ ਉਹਦੇ ਜਿਹੜਾ ਆਪਣਾ ਉਹਦੀ ਛਿੱਲੜ ਹੁੰਦੀ ਹੈ ਨਾਰੀਅਲ ਦਾ, ਜਿਹੜਾ ਸੁੱਕਾ ਜਿਹੜਾ ਹੁੰਦਾ ਉੱਤੇ ਉਹਦਾ ਕਵਰ ਹੁੰਦਾ ਹੈ, ਉਹਦੀ ਜਿਹੜੀ ਬੂਰਾ ਹੁੰਦਾ ਉਹਨੂੰ ਉਧਰੋਂ ਦੀ ਕੁਆਇਰ ਮਤਲਬ ਕਿ ਟਾਟ ਬਣਾਉਣੇ, ਧਾਗੇ ਰੱਸੀਆਂ ਬਣਾਉਣੀਆਂ ਪਰ ਡੇ। ਅਰਥਾਤ 30 ਪਾਉਂਡ ਜਿਹੜਾ ਹੈ ਕੋਕੋਨਟ ਆਇਲ ਐਂਡ ਪਾਉਂਡ ਕੋਕੋਨਟ ਹਸਕ ਉਹਨੂੰ ਕੁੱਟਣਾ ਟੂ ਪ੍ਰੋਡਿਊਸ ਕੁਆਇਰ ਥ੍ਰੈਡਸ ਮਤਲਬ ਕਿ ਰੱਸੀਆਂ ਜਿਹੜੀਆਂ ਬਣਾਉਣੀ, ਬਾਣ ਜਿਹੜਾ ਹੁੰਦਾ ਉਹ ਬਣਾਉਣਾ ਪਰ ਡੇ। ਦੀ ਫੇਲੀਅਰ ਟੂ ਮੀਟ ਦੀ ਡੇਲੀ ਟਾਰਗੇਟ, ਤੇ ਜਿਹੜਾ ਇਹ ਰੋਜ਼ਾਨਾ ਦਾ ਜਿਹੜਾ ਇਹ ਟਾਰਗੇਟ ਸੀਗਾ ਵੀ ਇੰਨਾ ਕੰਮ ਕਰਨਾ ਹੈ, ਜੇ ਇਹ ਨਾ ਪੂਰਾ ਹੋਵੇ ਤੇ ਇਟ ਇਨਵਾਈਟਡ ਮਤਲਬ ਕਿ ਇਹ ਸੱਦਾ ਦੇਣਾ ਸੀ ਕਿਹਦੇ ਬਰਾਬਰ? ਇਹਨੂੰ ਫਿਰ ਸੱਦਾ ਮਿਲਦਾ ਸੀ ਕਾਹਦਾ? ਅਪ ਟੂ 30 ਲੈਸ਼ਿਸ ਆਫ ਅ ਵਿਪ। ਵਿਪ ਹੁੰਦਾ ਹੰਟਰ, ਜਿਹੜੀ ਹੁੰਦੀ ਹੈ ਲਗਾਮ, ਉਹ ਸੌਰੀ ਉਹ ਛਿੰਟੀ ਨਹੀਂ ਮਾਰੀ ਦੀ ਜਿਹੜੀ ਜਾਨਵਰਾਂ ਨੂੰ ਟਾਂਗੇ ਵਾਲਿਆਂ ਕੋਲ ਹੁੰਦੀ ਹੈ, ਤੇ ਲੈਸ਼ ਹੁੰਦੀ ਉਹਦੀ ਮਤਲਬ ਕਿ ਉਹ ਕੋੜੇ, ਮਤਲਬ ਕਿ ਅਸੀਂ ਕਹਿ ਸਕਦੇ 30 ਕੋੜੇ ਪਬਲਿਕ ਦੇ ਵਿੱਚ ਸਾਰਿਆਂ ਦੇ ਸਾਹਮਣੇ ਜੇ 30 ਪਾਉਂਡ ਦਾ ਮਤਲਬ 30 ਪਾਉਂਡ ਕੋਕੋਨਟ ਆਇਲ ਨਾ ਕੱਢਿਆ ਜਾਵੇ ਤੇ ਜਿਹੜਾ ਉਹਦੀ ਛਿੱਲੜ ਸੀ ਉਹਨੂੰ ਕੁੱਟ ਕੇ ਰੱਸੀਆਂ ਨਾ ਬਣਾਈਆਂ ਜਾਣ ਤੇ ਫਿਰ ਕੀ ਕਰਦੇ ਸੀਗੇ? ਉਹਨਾਂ ਨੂੰ ਸਾਰਿਆਂ ਦੇ ਸਾਹਮਣੇ 30 ਕੋੜੇ ਜਿਹੜੇ ਨੇ ਉਹ ਮਾਰੇ ਜਾਂਦੇ ਸੀਗੇ। ਇਹ ਸੀ ਉਹਨਾਂ ਦਾ ਤਸੀਹੇ ਦੇਣ ਦਾ ਢੰਗ। ਕੁਐਸਚਨ 3, ਰਾਈਟ ਦੀ ਅਦਰ 2 ਨੇਮਸ ਫॉर ਸੈਲੂਲਰ ਜੇਲ। ਇਹ ਤਾਂ ਬੜਾ ਸੌਖਾ ਹੈ। ਸੈਲੂਲਰ ਜੇਲ ਉਹਨੂੰ ਕਿਹਾ ਜਾਂਦਾ ਸੀਗਾ ਕਿਉਂਕਿ ਉਹ 'ਚ ਸੈੱਲ ਹੁੰਦਾ ਬੱਚੇ ਨਿੱਕੇ ਨਿੱਕੇ ਜਿੱਦਾਂ ਹੁੰਦੀਆਂ ਨਾ ਕਾਲ ਕੋਠੜੀਆਂ ਟਾਈਪ ਬਣੇ ਹੋਏ ਸੀਗੇ। ਸੋ ਇੱਕ ਤੇ ਡੇਵਿਲਸ ਆਈਲੈਂਡ, ਡੇਵਿਲ ਹੁੰਦਾ ਸ਼ੈਤਾਨ, ਦੈਂਤ ਆਈਲੈਂਡ ਟਾਪੂ, ਕਿਉਂਕਿ ਉਹ ਜਿਹੜਾ ਅੰਡਮਾਨ ਹੈਗਾ ਟਾਪੂ ਚਾਰੋਂ ਪਾਸੇ ਪਾਣੀ ਹੈਗਾ। ਸੋ ਡੇਵਿਲਸ ਆਈਲੈਂਡ ਤੇ ਉਹਨੂੰ ਕਾਲਾ ਪਾਣੀ ਜੇਲ੍ਹ ਵੀ ਕਿਹਾ ਜਾਂਦਾ ਸੀਗਾ। ਠੀਕ ਹੈ, ਇਹ 2 ਨਾਮ ਇਹਦੇ ਹੋਰ ਸੀਗੇ ਸੈਲੂਲਰ ਜੇਲ੍ਹ ਦੇ।
ਵਟ ਵਰ ਦੀ ਫਿਜ਼ੀਕਲ ਕੰਡੀਸ਼ਨਸ ਆਫ ਦੀ ਸੈਲੂਲਰ ਜੇਲ, ਅਰਥਾਤ ਉਹ ਜਿਹੜਾ ਸੈਲੂਲਰ ਜੇਲ ਸੀ ਉਹਦੀਆਂ ਭੌਤਿਕ ਜਿਹੜੀਆਂ ਕੰਡੀਸ਼ਨ ਸੀਗੀਆਂ, ਹਾਲਾਤ ਕੀ ਸੀਗੇ। ਸੋ ਜਵਾਬ ਹੈ ਦੀ ਫਿਜ਼ੀਕਲ ਕੰਡੀਸ਼ਨਸ ਆਫ ਦੀ ਸੈਲੂਲਰ ਜੇਲ ਵਰ ਟਾਰਚੂਅਸ। ਟਾਰਚੂਅਸ ਮਾਨੇ ਤਸੀਹੇ ਦੇਣ ਵਾਲੇ ਸੀਗੇ, ਮਤਲਬ ਕਿ ਇੱਕ ਤੇ ਤਸੀਹੇ ਜੇਲ੍ਹ ਅਧਿਕਾਰੀ ਦਿੰਦੇ ਸੀਗੇ, ਪਰ ਉੱਥੇ ਦੀ ਜੋ ਹਾਲਾਤ ਬਣਾਏ ਸੀ ਰਹਿਣ ਦੇ ਉਹੀ ਇੰਨੇ ਖਤਰਨਾਕ ਸੀਗੇ, ਮਤਲਬ ਕਿ ਟਾਰਚੂਅਸ, ਬੜੇ ਤਸੀਹੇਪੂਰਨ ਸੀਗੇ। ਬਿਕੋਜ਼ ਆਫ ਦੀ ਸੀਵੀਅਰ ਵੈਦਰ, ਜਿਹੜਾ ਮੌਸਮ ਸੀ ਬੜਾ ਉਸ ਇਲਾਕੇ ਦਾ ਸਖਤ ਸੀਗਾ। ਸਖਤ ਕਿਸ ਕਿਸਮ ਦਾ ਬੱਚੋ ਕਿ ਮੈਂ ਵੀ ਪੋਰਟ ਬਲੇਅਰ ਗਿਆ ਹੋਇਆ, ਮੇਰਾ ਜਹਾਜ਼ ਉੱਥੇ ਜਾਂਦਾ ਸੀਗਾ ਤੇ ਪੋਰਟ ਬਲੇਅਰ ਮੈਂ 6-7 ਵਾਰ ਗਿਆ। ਉੱਥੇ ਅਸੀਂ ਕਾਰਗੋ ਲੈ ਕੇ ਜਾਂਦੇ ਸੀਗੇ, ਮਦਰਾਸ ਤੋਂ ਜਾਂਦੇ ਸੀ ਲੈ ਕੇ, ਮਤਲਬ ਕਿ ਲੋਕਲ ਜਿਹੜਾ ਸਮਾਨ ਉੱਥੇ ਜਾਂਦੇ ਸੀਗੇ। ਤੇ ਮੈਨੂੰ ਇਹ ਸੈਲੂਲਰ ਜੇਲ੍ਹ ਦੇਖਣ ਦਾ ਮੌਕਾ ਵੀ ਮਿਲਿਆ ਸੀਗਾ। ਤੇ ਮੈਨੂੰ ਯਾਦ ਹੈ ਸਾਡੇ ਜਹਾਜ਼ ਦੇ ਜਿਹੜੇ ਹੋਰ ਸਾਥੀ ਸੀਗੇ ਕਈ ਮਦਰਾਸ ਦੇ, ਸਾਊਥ ਇੰਡੀਆ ਦੇ, ਉਹ ਮੈਨੂੰ ਆ ਕੇ ਦੱਸਦੇ ਸੀ ਮਿਸਟਰ ਸਿੰਘ ਉੱਥੇ ਮੈਂ ਲਿਸਟ ਦੇਖੀ ਕੈਦੀਆਂ ਦੀ, ਸਾਰਿਆਂ ਦੇ ਨਾਲ ਸਿੰਘ ਹੀ ਸਿੰਘ ਹੈਗੇ ਨੇ। ਸੋ ਇੱਧਰੋਂ ਦੀ ਇਹ ਇੱਕ ਜਿੰਦੀ ਜਾਗਦੀ ਮਿਸਾਲ ਹੈ, ਪਤਾ ਲੱਗਦਾ ਹੈ ਕਿ ਦੇਸ਼ ਦੀ ਆਜ਼ਾਦੀ ਦੇ ਵਿੱਚ ਸਿੱਖਾਂ ਦਾ ਜਿਹੜਾ ਹੈ ਪੰਜਾਬ ਦੇ ਬੰਦਿਆਂ ਦਾ ਕਿੰਨਾ ਵੱਡਾ ਯੋਗਦਾਨ ਹੈਗਾ। ਉੱਥੇ ਤੁਸੀਂ ਵੀ ਕਦੀ ਜਾਓ, ਪੋਰਟ ਬਲੇਅਰ ਮੌਕਾ ਮਿਲੇ ਸੈਲੂਲਰ ਜੇਲ੍ਹ ਜਾਓ ਤੇ ਉੱਥੇ ਜਿਹੜੀ ਸੂਚੀ ਲੱਗੀ ਹੋਈ ਹੈ ਕਿਹੜੇ ਕਿਹੜੇ ਬੰਦੇ ਰਹੇ, ਤੇ ਉੱਥੇ ਤੁਸੀਂ ਦੇਖੋਗੇ ਉੱਥੇ 80% 90% ਤੁਹਾਨੂੰ ਨਾਂ ਸਾਰੇ ਦੇ ਨਾਂ ਸਿੰਘ ਲੱਗਿਆ ਮਿਲੇਗਾ। ਸੋ ਬਿਕੋਜ਼ ਆਫ ਦੀ ਸੀਵੀਅਰ ਵੈਦਰ, ਸੀਵੀਅਰ ਹੁੰਦਾ ਮਤਲਬ ਕਿ ਉੱਥੇ ਦਾ ਵੈਦਰ ਬੱਚੋ ਬੜਾ ਹੀ ਹਿਊਮਿਡ, ਸਿੱਲਾ ਤੇ ਗਰਮ, ਬਹੁਤ ਗਰਮ, ਪਸੀਨਾ ਤੇ ਗਰਮੀ। ਸੋ ਇੱਕ ਤੇ ਵੈਦਰ ਹੁੰਦਾ ਦਾ ਬਿਕੋਜ਼ ਆਫ ਦੀ ਸੀਵੀਅਰ ਵੈਦਰ, ਮੋਸਕੀਟੋਜ਼ ਐਂਡ ਬਲੱਡ ਸਕਿੰਗ। ਬਲੱਡ ਸਕਿੰਗ ਮੈਨੇ ਖੂਨ ਚੂਸਣ ਵਾਲੀਆਂ, ਲੀਚੀ ਹੁੰਦੀ ਜੋਕਾਂ। ਇਨਫੈਸਟਡ ਦੀ ਏਰੀਆ, ਇਨਫੈਸਟ ਹੁੰਦਾ ਹੈ ਭਰਮਾਰ ਕਰ ਦੇਣੀ, ਅਰਥਾਤ ਸੀਵੀਅਰ ਵੈਦਰ ਕਰਕੇ ਉਸ ਮੱਛਰਾਂ ਨੇ ਤੇ ਜੋਕਾਂ ਨੇ ਉਸ ਖੇਤਰ ਵਿੱਚ ਉਸ ਏਰੀਏ ਨੂੰ ਪੂਰਾ ਭਰਿਆ ਹੋਇਆ ਸੀ, ਅਰਥਾਤ ਉਹ ਪੂਰਾ ਇਲਾਕਾ ਮੱਛਰਾਂ ਅਤੇ ਜੋਕਾਂ ਨਾਲ ਭਰਿਆ ਹੋਇਆ ਸੀ। ਫੂਡ ਵਾਜ਼ ਆਫ ਵੈਰੀ ਪੂਅਰ ਕੁਆਲਿਟੀ, ਜਿਹੜਾ ਖਾਣਾ ਦਿੱਤਾ ਜਾਂਦਾ ਸੀਗਾ ਉਹ ਬੜੀ ਹੀ ਘਟੀਆ ਪੱਧਰ ਦਾ ਸੀਗਾ। ਐਂਡ ਇਨਐਡਿਕੁਏਟ, ਇਨਐਡਿਕੁਏਟ ਮਤਲਬ ਹੁੰਦਾ ਇਨਸਫੀਸ਼ੀਐਂਟ, ਅਰਥਾਤ ਪੂਰਨ ਮਾਤਰਾ ਵਿੱਚ ਨਹੀਂ ਦਿੱਤਾ ਜਾਂਦਾ ਸੀ, ਘੱਟ ਦਿੱਤਾ ਜਾਂਦਾ ਸੀਗਾ, ਉਹਨੂੰ ਭੁੱਖੇ ਰੱਖਿਆ ਜਾਂਦਾ ਸੀਗਾ। ਸੋ ਨਾ ਕਾਫੀ ਸੀਗਾ। ਐਂਡ ਦੀ ਪ੍ਰਿਜ਼ਨਰਸ ਫ੍ਰੀਕੁਐਂਟਲੀ ਮੈਨੇ ਆਮ ਤੌਰ ਤੇ, ਬਾਰ-ਬਾਰ, ਮਤਲਬ ਕਿ ਆਮ ਤੌਰ ਤੇ ਕਾਮਨ ਸੀਗਾ ਸਫਰਡ ਮੈਨੇ ਪੀੜਿਤ ਹੁੰਦੇ ਸੀਗੇ ਫਰੋਮ ਮੈਨੀ ਇਲਨੈਸਿਸ, ਕਈ ਕਿਸਮ ਦੀ ਬਿਮਾਰੀਆਂ ਤੋਂ ਕੈਦੀ ਆਮ ਤੌਰ ਤੇ ਬਿਮਾਰ ਹੋਏ ਰਹਿੰਦੇ ਸੀ। ਇਹ ਸੀਗੀਆਂ ਫਿਜ਼ੀਕਲ ਕੰਡੀਸ਼ਨਸ। ਅਗਲਾ ਆ ਗਿਆ ਕੁਐਸਚਨ ਨੰਬਰ 5, ਹੂ ਵਰ ਦੀ ਚੀਫ ਗਵਰਨਿੰਗ ਆਫੀਸ਼ੀਅਲਸ ਇਨ ਦੀ ਸੈਲੂਲਰ ਜੇਲ੍ਹ। ਇਹ ਤੇ ਬੜਾ ਸੌਖਾ, ਉਹ ਜੋ ਨਾਂ ਹੀ ਜਾਣੇ ਨੇ। ਇੱਕ ਜੇਲਰ ਡੇਵਿਡ ਬੈਰੀ ਸੀਗਾ, ਦੂਜਾ ਸੁਪਰਡੈਂਟ ਮੋਰੇ, ਐਂਡ ਦੀ ਚੀਫ ਕਮਿਸ਼ਨਰ ਜਿਹਦਾ ਨਾਂ ਨਹੀਂ ਦਿੱਤਾ, ਵਰ ਦੀ ਚੀਫ ਗਵਰਨਿੰਗ ਆਫੀਸ਼ੀਅਲਸ ਇਨ ਦੀ ਸੈਲੂਲਰ ਜੇਲ੍ਹ। ਇਹ ਮੇਨ ਜਿਹੜੇ ਸੀਗੇ ਮੁੱਖ ਤੌਰ ਤੇ ਜਿਹੜੇ ਪ੍ਰਬੰਧ ਚਲਾਉਣ ਵਾਲੇ ਅਫਸਰ ਸੀਗੇ, 3 ਜਾਣੇ। ਕੁਐਸਚਨ ਨੰਬਰ 6, ਹਾਊ ਵਰ ਦੀ ਕਨਵਿਕਟਸ। ਕਨਵਿਕਟ ਬੱਚਿਓ ਉਹੀ ਹੁੰਦਾ ਹੈ ਜਿਹਨੂੰ ਕੈਦ ਸੁਣਾ ਦਿੱਤੀ ਗਈ ਹੋਵੇ ਤੇ ਜੇਲ੍ਹ 'ਚ ਪਾ ਦਿੱਤਾ ਗਿਆ, ਅਰਥਾਤ ਇਹ ਪ੍ਰਿਜ਼ਨਰ ਦਾ ਦੂਜਾ ਨਾਂ ਹੈ ਕਨਵਿਕਟ। ਸੋ ਕਨਵਿਕਟ ਮੈਨੇ ਵੀ ਕੈਦੀ ਹੀ ਹੁੰਦਾ ਹੈ। ਸੋ ਹਾਊ ਵਰ ਦੀ ਕਨਵਿਕਟਸ ਪਨਿਸ਼ਡ ਵੈਨ ਦੇ ਫੇਲ ਟੂ ਵਰਕ ਪ੍ਰੋਪਰਲੀ, ਅਰਥਾਤ ਜਦੋਂ ਠੀਕ ਤਰ੍ਹਾਂ ਕੰਮ ਨਹੀਂ ਕਰਦੇ ਸੀ। ਇੱਥੇ ਪ੍ਰੋਪਰਲੀ ਦਾ ਮਤਲਬ ਵੀ ਜਦੋਂ ਉਹਨਾਂ ਦਾ ਟਾਰਗੇਟ ਵੀ 30 ਪਾਊਂਡ ਨਾਰੀਅਲ ਦਾ ਤੇਲ ਕੱਢਣਾ ਤੇ ਕੋਕੋਨਟ ਦੀ ਹਸਕ ਜਿਹੜੀ ਹੈਗੀ ਹੈ, ਉਹਦੇ ਬਾਹਰਲੇ ਜਿਹੜੇ ਛਿੱਲੜ ਹੈਗੀ ਹੈ ਕੋਕੋਨਟ ਦੀ, ਨਾਰੀਅਲ ਦੀ ਛਿੱਲੜ ਨੂੰ ਕੁੱਟਣਾ ਤੇ ਕੁੱਟ ਕੇ ਉਹਦੀਆਂ ਰੱਸੀਆਂ ਬਣਾਉਣੀਆਂ। ਜਦੋਂ ਪੂਰੇ ਢੰਗ ਨਾਲ ਨਹੀਂ ਹੁੰਦਾ ਸੀ, ਟਾਰਗੇਟ ਨਹੀਂ ਮਿਲਦਾ, ਤੇ ਉਹਨੂੰ ਕਿਹੜੀ ਪਨਿਸ਼ਮੈਂਟ ਦਿੱਤੀ ਜਾਂਦੀ, ਕਿਹੜੀ ਸਜ਼ਾ ਦਿੱਤੀ ਜਾਂਦੀ ਸੀ। ਸੋ ਜਵਾਬ ਹੈ ਵੈਨ ਦੀ ਕਨਵਿਕਟਸ ਫੇਲ ਟੂ ਵਰਕ ਪ੍ਰੋਪਰਲੀ, ਠੀਕ ਹੈ, ਦੇ ਹੈਡ ਟੂ ਹੀਅਰ, ਉਹਨਾਂ ਨੂੰ ਸੁਣਨਾ ਪੈਂਦਾ ਸੀ, ਫਿਲਥੀ ਅਬਿਊਜ਼ ਨੇ ਗਾਲ, ਫਿਲਥੀ ਮੈਨੇ ਗੰਦੀਆਂ, ਉਹਨਾਂ ਨੂੰ ਗੰਦੀਆਂ ਗਾਲਾਂ ਸੁਣਨੀਆਂ ਪੈਂਦੀਆਂ ਸਨ। ਬਹੁਤ ਗੰਦੀਆਂ ਘਟੀਆ ਸ਼ਬਦਾਵਲੀ ਉਹਨਾਂ ਨੂੰ ਵਰਤਦੇ ਸੀਗੇ, ਉਹਨਾਂ ਨੂੰ ਮਾਨਸਿਕ ਤੌਰ ਤੇ ਮਤਲਬ ਕਿ ਜ਼ਲੀਲ ਕਰਨ ਲਈ। ਐਂਡ ਸਫਰ, ਤੇ ਇੱਕ ਤੇ ਇਹ ਸੁਣਨਾ ਪੈਂਦਾ ਸੀ ਤੇ ਸਫਰ ਝੱਲਣਾ ਪੈਂਦਾ ਸੀ 30 ਵਿਪ ਲੈਸ਼ ਹੁੰਦਾ ਕੋੜੇ, ਇਨ ਪਬਲਿਕ, ਤੇ ਸਾਰਿਆਂ ਦੇ ਸਾਹਮਣੇ 30 ਕੋੜਿਆਂ ਦੀ ਮਾਰ ਝੱਲਣੀ ਪੈਂਦੀ ਸੀ। ਦੀ ਮਰਸੀ ਹੁੰਦੀ ਦਇਆ, ਮਰਸੀਲੈਸ ਮੈਨੇ ਨਿਰਦਈ, ਲੈਸ਼ਿੰਗ, ਅਰਥਾਤ ਇਹ ਨਿਰਦਈ ਕੋੜਿਆਂ ਦੀ ਜੋ ਕਿਰਿਆ ਸੀਗੀ, ਕਾਜ਼ ਦੀ ਬਲੱਡ ਟੂ ਊਜ਼ ਹੁੰਦਾ ਬੱਚਿਓ ਬਾਹਰ ਆਣਾ, ਸਿਮ ਕੇ ਬਾਹਰ ਆਣਾ, ਫਰੋਮ ਦੀ ਟੌਰਨ ਸਕਿਨ ਮੈਨੇ ਉਹਨਾਂ ਦੀ ਚਮੜੀ ਉੱਧੜ ਜਾਂਦੀ ਸੀ, ਕਈਆਂ ਦੀ ਬੜੀ ਚਮੜੀ ਉਖੜ ਜਾਂਦੀ ਸੀਗੀ, ਤੇ ਉਹਨਾਂ ਚੋਂ ਫਿਰ ਜ਼ਖਮਾਂ ਚੋਂ ਖੂਨ ਸਿਮ ਕੇ ਬਾਹਰ ਆਉਂਦਾ ਸੀ। ਇਹ ਸੀ ਸਜ਼ਾ ਉਹਨਾਂ ਨੂੰ। ਕੁਐਸਚਨ ਨੰਬਰ 7, ਹੂ ਵਰ ਐਡਰੈਸਡ ਐਜ਼ ਡੈਮੀ ਗੋਡਸ ਐਂਡ ਵਾਈ। ਡੈਮੀ ਗੋਡ ਦਾ ਬੱਚਿਓ ਇਹਦਾ ਮਤਲਬ ਤੇ ਸੈਂਟੈਂਸ ਦਾ ਹੈਗਾ ਕਿ ਇਹਨਾਂ ਨੂੰ ਡੈਮੀ ਗੋਡ ਕਰਕੇ ਸੰਬੋਧਨ ਕੀਤਾ ਜਾਂਦਾ ਸੀ, ਐਂਡ ਵਾਈ, ਅਤੇ ਕਿਉਂ। ਹੁਣ ਡੈਮੀ ਗੋਡ ਦੇ ਬੱਚਿਓ ਜਿਹੜਾ ਇੱਕ ਤੇ ਸ਼ਾਬਦਿਕ ਅਰਥ ਜਿਹੜਾ ਹੈਗਾ
ਡੈਮੀ ਦਾ ਮਤਲਬ ਹੁੰਦਾ ਅੱਧਾ, ਗੋਡ ਮੈਨੇ ਦੇਵਤਾ ਜਾਂ ਰੱਬ। ਸੋ ਡੈਮੀ ਗੋਡ ਮੈਨੇ ਅੱਧਾ ਮਨੁੱਖ ਤੇ ਅੱਧਾ ਰੱਬ, ਮਤਲਬ ਕਿ ਇੱਕ ਮਿਥਿਹਾਸਕ ਨਾਂ ਹੈਗਾ, ਠੀਕ ਹੈ। ਸੋ ਡੈਮੀ ਗੋਡ ਦਾ ਭਾਵ ਅਰਥ ਕੀ ਹੈਗਾ? ਡੈਮੀ ਗੋਡ ਦਾ ਮਤਲਬ ਹੈ ਉਹ ਬੰਦਾ, ਖਾਸ ਤੌਰ ਤੇ ਜ਼ਿਆਦਾਤਰ ਬੰਦਾ ਉਹੀ ਹੁੰਦਾ ਕੋਈ ਜ਼ਿਮੀਦਾਰ ਹੋਏ ਪੁਰਾਣੇ ਜ਼ਮਾਨੇ 'ਚ, ਜਗੀਰਦਾਰ ਹੋਏ, ਜਾਂ ਅੱਜ ਦੀ ਡੇਟ ਵਿੱਚ ਪੁਲਿਸ ਅਫਸਰ ਜਾਂ ਐਸ ਅਫਸਰ ਹੁੰਦੇ ਨੇ ਜਿਹਨਾਂ ਕੋਲ ਕੋਈ ਤਾਕਤ ਹੁੰਦੀ ਹੈ, ਤੇ ਉਹ ਤਾਕਤ ਦੀ ਦੁਰਵਰਤੋਂ ਜਿਹੜੇ ਜ਼ਿਆਦਾਤਰ ਕਰਦੇ ਨੇ। ਜਿਹਨੂੰ ਬਹੁਤ ਜ਼ਿਆਦਾ ਤਾਕਤ ਹੁੰਦੀ ਹੈ ਉਹਨੂੰ ਅਸੀਂ ਕਹਿ ਦਿੰਦੇ ਹਾਂ, ਜਿਹਦੇ ਕੋਲ ਸਮਰੱਥਾ ਨੇ ਜਾਂ ਬਹੁਤ ਤਾਕਤਾਂ ਮਿਲੀਆਂ ਹੋਈਆਂ ਹੋਣ, ਅਸੀਂ ਉਹਨੂੰ ਕਹਿ ਦਿੰਦੇ ਹਾਂ ਡੈਮੀ ਗੋਡ। ਤੇ ਬੱਚਿਓ ਇਹ ਤਸੀਹੇ ਦੇਣ ਲਈ ਐਕਚੁਅਲੀ ਬਾਹਰਲੀਆਂ ਸਰਕਾਰਾਂ ਹੀ ਨਹੀਂ ਕਰਦੀਆਂ, ਜਿਹੜੀਆਂ ਦੇਸ਼ਾਂ ਦੀਆਂ ਸਰਕਾਰਾਂ ਹੁੰਦੀਆਂ ਕਈ ਵਾਰ ਉਹ ਵੀ ਆਪਣੇ ਲੋਕਾਂ ਤੇ ਜ਼ੁਲਮ ਕਰਦੀਆਂ ਨੇ। ਚੀਨ ਦੇ ਜਿਹੜਾ ਮਾਓ ਸੀਗਾ ਉਹਨੇ ਚੀਨੀਆਂ ਨੂੰ ਹੀ ਮਾਰਿਆ, ਲੱਖਾਂ ਦੀ ਗਿਣਤੀ ਵਿੱਚ। ਉਹ ਬਾਹਰਲੇ ਬੰਦੇ ਗੋਰਿਆਂ ਨੇ ਆ ਕੇ ਚੀਨੀਆਂ ਨੂੰ ਵੀ ਮਾਰਿਆ। ਤੇ ਇੱਥੇ ਆਪਣਾ ਰੂਸ ਵਿੱਚ ਸਟਾਲਿਨ ਨੇ ਆਪਣੇ ਰੂਸ ਦੇ ਬੰਦਿਆਂ ਨੂੰ ਹੀ ਮਾਰਿਆ, ਉਹ ਵੀ ਕੋਈ ਬਾਹਰ ਦੇ ਬੰਦੇ ਆ ਕੇ ਨਹੀਂ ਮਾਰੇ। ਇੰਡੀਆ ਦੇ ਵਿੱਚ ਵੀ ਬੜੇ ਪੁਲਿਸ ਅਫਸਰ ਜਿਹੜੇ ਜਿਹਨੂੰ ਅੱਤਵਾਦ ਦਾ ਦੌਰ ਕਿਹਾ ਜਾਂਦਾ ਹੈ, ਉਹ 'ਚ ਪੁਲਿਸ ਵਾਲੇ ਨੇ ਕਿੰਨੇ ਨੌਜਵਾਨਾਂ ਨੂੰ ਫੜ ਕੇ ਮਾਰਿਆ। ਸੋ ਇਹਨਾਂ ਨੂੰ ਕੇਵਲ ਸਵਾਦ ਆਉਣ ਲੱਗ ਜਾਂਦਾ, ਇੱਦਾਂ ਕਰਕੇ ਉਹ ਤਾਕਤ ਦਾ ਇੱਕ ਨਸ਼ਾ ਹੋ ਜਾਂਦਾ। ਸੋ ਜਿਹੜੇ ਇਹੋ ਜਿਹੇ ਬੰਦੇ ਉਹਨਾਂ ਨੂੰ ਡੈਮੀਗੋਡ ਕਿਹਾ ਜਾਂਦਾ। ਤੇ ਕਹਿੰਦੇ ਉਹ ਕਿ ਇਹਨਾਂ ਨੂੰ ਡੈਮੀਗੋਡ ਕਿਹਾ ਜਾਂਦਾ ਸੀਗਾ, ਅਤੇ ਕਿਉਂ? ਦੀ ਵਾਰਡਰ ਕੌਣ ਹੁੰਦੇ ਨੇ? ਵਾਰਡਰ ਹੁੰਦਾ ਜਿਹੜਾ ਬੰਦਾ ਜੇਲ੍ਹ ਦੇ ਵਿੱਚ ਕੰਮ ਕਰਦਾ, ਜੇਲ੍ਹ ਦਾ ਕਰਮਚਾਰੀ ਹੁੰਦਾ ਹੈ, ਅਤੇ ਉਹਨਾਂ ਦੀ ਜ਼ਿੰਮੇਵਾਰ ਹੁੰਦੀ ਕੈਦੀਆਂ ਦੀ। ਸੋ ਇੱਕ ਕਰਮਚਾਰੀ ਹੁੰਦਾ ਦੀ ਵਾਰਡਰਸ। ਪੈਟੀ ਆਫੀਸਰ ਹੁੰਦੇ ਨੇ ਨਾਨ ਕਮਿਸ਼ਨਡ ਆਫੀਸਰ, ਠੀਕ ਹੈ, ਛੋਟੇ ਜੂਨੀਅਰ ਅਫਸਰ। ਤੇ ਜਮਾਦਾਰ ਵੀ ਇੱਕ ਰੈਂਕ ਹੁੰਦਾ ਸਿਪਾਹੀ ਦਾ। ਸੋ ਦੀ ਵਾਰਡਰਸ, ਪੈਟੀ ਆਫੀਸਰਸ ਐਂਡ ਜਮਾਦਾਰਸ ਵਰ ਐਡਰੈਸਡ ਐਜ਼ ਡੈਮੀਗੋਡਸ। ਇਹਨਾਂ ਨੂੰ ਡੈਮੀਗੋਡ ਕਿਹਾ ਜਾਂਦਾ ਸੀ, ਮਤਲਬ ਕਿ ਉੱਦਾਂ ਹੀ, ਮਤਲਬ ਕਿ ਜਿੱਦਾਂ, ਠੀਕ ਹੈ, ਉਹਨਾਂ ਦਾ ਨਾਂ ਪਾਇਆ ਹੋਇਆ ਸੀਗਾ। ਕਿਉਂ? ਦੇ ਕਾਲ ਦੈਮ ਸੋ, ਉਹ ਉਹਨਾਂ ਨੂੰ ਇਸ ਕਰਕੇ ਇੱਦਾਂ ਕਹਿੰਦੇ ਸੀ ਬਿਕੋਜ਼ ਦੇ ਡਿਰਾਈਵਡ ਸੈਡਿਸਟਿਕ ਪਲੈਜਰ ਹੁੰਦਾ ਬੱਚੇ ਉਹ ਸਵਾਦ, ਰਸ, ਖੁਸ਼ੀ। ਤੇ ਸੈਡਿਸਟਿਕ ਹੀ ਹੁੰਦਾ, ਸੈਡਿਸਟਿਕ ਹੁੰਦਾ ਦੂਜੇ ਨੂੰ ਦੁੱਖ ਦੇ ਕੇ ਜਿਹੜਾ ਸਵਾਦ ਮਿਲਦਾ। ਜਿਹੜੇ ਕਈ ਪੁਲਿਸ ਅਫਸਰਾਂ ਨੂੰ ਬੜਾ ਟੌਰਚਰ ਕਰਕੇ ਬੜਾ ਸਵਾਦ ਆਉਂਦਾ, ਉਹ ਤਸੀਹੇ ਦਿੰਦੇ ਨੇ। ਉਹ ਜਿੱਦਾਂ ਬੰਦਾ ਚਾਂਗਰਾ ਮਾਰਦਾ ਚੀਖਦਾ, ਉਹ ਦੰਦੀਆਂ ਕੱਢਦੇ ਨੇ। ਸੋ ਇਹ ਸਵਾਦ ਹੁੰਦਾ। ਕਈ ਮਾਨਸਿਕ ਤੌਰ 'ਤੇ ਬਿਮਾਰ, ਕਿ ਪਤੀ ਆਪਣੀ ਪਤਨੀਆਂ ਨੂੰ ਕੁੱਟਦੇ ਨੇ, ਉਹਨਾਂ ਨੂੰ ਕੁੱਟ ਕੇ ਬੜਾ ਮਜ਼ਾ ਆਉਂਦਾ। ਕਈ ਨਿਆਣਿਆਂ ਨੂੰ ਕੁੱਟਦੇ ਹੈਗੇ ਨੇ, ਕਿ ਉਹਨੂੰ ਵੈਸੇ ਇੱਕ ਦੂਜੇ ਨੂੰ ਦੁੱਖ ਦੇ ਕੇ, ਤਸੀਹੇ ਦੇ ਕੇ ਉਹਨਾਂ ਨੂੰ ਬੜਾ ਖੁਸ਼ੀ ਮਿਲਦੀ ਹੈ। ਇਹ ਮਾਨਸਿਕ ਤੌਰ ਤੇ ਰੋਗੀ ਹੁੰਦੇ ਨੇ ਕਿਸਮ ਦੇ। ਸੋ ਅੱਜ ਦੀ ਡੈਮੋਕ੍ਰੇਸੀ ਦੇ ਵਿੱਚ ਵੀ ਪੁਲਿਸ ਅਫਸਰ ਹਾਲੇ ਵੀ ਬੜੇ ਸਾਰੇ ਐਸੇ ਹੈਗੇ ਨੇ ਜਿਹੜੇ ਇਹ ਕੰਮ ਕਰਦੇ ਨੇ। ਦੇ ਡਿਰਾਈਵਡ ਸੈਡਿਸਟਿਕ ਪਲੈਜਰ ਮਤਲਬ ਕੀ ਹੁੰਦਾ ਹੈ ਵੀ ਉਹਨਾਂ ਨੂੰ ਡਿਰਾਈਵ ਉਹਨਾਂ ਪ੍ਰਾਪਤ ਕਰਦੇ ਸੀਗੇ। ਉਹ ਦੂਜਿਆਂ ਨੂੰ ਤਸੀਹੇ ਦੇ ਕੇ ਉਹਨਾਂ ਨੂੰ ਬੜੀ ਖੁਸ਼ੀ ਮਿਲਦੀ ਸੀਗੀ, ਵੀ ਦੂਜਿਆਂ ਨੂੰ ਦੁੱਖ ਦੇ ਕੇ। ਇਨ ਟੌਰਚਰਿੰਗ ਦੀ ਪੋਲੀਟੀਕਲ ਪ੍ਰਿਜ਼ਨਰਸ, ਜਿਹੜੇ ਸਿਆਸੀ ਜਿਹੜੇ ਕੈਦੀ ਸੀਗੇ ਜਾਂ ਕੋਈ ਚੋਰ ਜਾਂ ਬਲਤਕਾਰੀ ਜਾਂ ਡਾਕੂ ਨਹੀਂ ਸੀਗੇ। ਇਹ ਤੇ ਦੇਸ਼ ਨੂੰ ਆਜ਼ਾਦ ਕਰਨ ਲਈ ਵਿਦੇਸ਼ੀ ਹਕੂਮਤ ਦੇ ਨਾਲ ਆਡਾ ਲਾ ਰਹੇ ਸੀਗੇ। ਸੋ ਇਸ ਕਰਕੇ ਪੋਲੀਟੀਕਲ ਪ੍ਰਿਜ਼ਨਰ ਸੀਗੇ, ਤੇ ਉਹਨਾਂ ਨੂੰ ਤਸੀਹੇ ਦੇ ਕੇ ਉਹਨਾਂ ਨੂੰ ਬੜਾ ਸਵਾਦ ਆਉਂਦਾ ਸੀਗਾ। ਦੇ ਵਰ ਅਪੁਆਇੰਟਡ ਆਊਟ ਆਫ ਓਲਡ ਹਾਰਡ ਕੋਰ ਕ੍ਰਿਮੀਨਲਸ। ਸੋ ਇਹ ਜਿੱਦਾਂ ਆਪਣੇ ਇੰਡੀਆ 'ਚ ਬਲੈਕ ਕੈਟ ਬਣਾਈ ਗਈ ਸੀ। ਬਲੈਕ ਕੈਟ ਵੀ ਕੀ ਸੀ ਵੀ ਉਹ ਕਹਿੰਦੇ ਨੇ ਵੀ ਜਿੱਦਾਂ ਕਈ ਵਾਰ ਪੁਲਿਸ ਵਾਲਿਆਂ ਦੀ ਯਾਰੀ ਚੋਰਾਂ ਨਾਲ ਵੀ ਹੁੰਦੀ ਹੈ, ਉਹ ਚੋਰਾਂ ਨੂੰ ਕਈ ਵਾਰ ਮੁਖਬਰੀ ਦੇ ਤੌਰ 'ਤੇ ਵਰਤਦੇ ਹੁੰਦੇ ਨੇ। ਸੋ ਬ੍ਰਿਟਿਸ਼ ਲੋਕਾਂ ਨੇ ਵੀ ਕੀ ਕੀਤਾ ਸੀਗਾ, ਜਿੱਦਾਂ ਅਸੀਂ ਆਪਣੇ ਇਤਿਹਾਸ ਵੀ ਪੜ੍ਹਦੇ ਹਾਂ, ਕਹਿੰਦੇ ਉਹ ਜਿਹੜੇ ਛੋਟੇ ਸਾਹਿਬਜ਼ਾਦਿਆਂ ਨੂੰ ਜਿਹੜੇ ਨੀਹਾਂ ਵਿੱਚ ਚਿਣਨਾ ਸੀਗਾ, ਤੇ ਕੋਈ ਇਹੋ ਜਿਹਾ ਪਾਪ ਕਮਾਉਣ ਲਈ ਤਿਆਰ ਨਹੀਂ ਸੀਗਾ। ਤੇ ਉਸ ਵੇਲੇ ਕੋਈ ਦੋ ਜਿਹੜੇ ਸੀਗੇ ਉਹ ਜਿਹੜੇ ਜਿਨ੍ਹਾਂ ਨੇ ਉਹਨਾਂ ਨੂੰ ਨੀਹਾਂ ਵਿੱਚ ਚਿਣਿਆ, ਉਹਨਾਂ ਨੂੰ ਕਿਹਾ ਤੁਸੀਂ ਇਹਨੂੰ ਨੀਹਾਂ 'ਚ ਚਿਣ ਦਿਓ ਤੇ ਤੁਹਾਡੀ ਫਾਂਸੀ ਜਿਹੜੀ ਹੈ, ਮੌਤ ਦੀ ਸਜ਼ਾ ਮਾਫ਼ ਕਰ ਦਿੱਤੀ ਜਾਏਗੀ। ਸੋ ਕਈ ਵਾਰ ਕੀ ਹੁੰਦਾ ਕਿ ਇੱਦਾਂ ਜਿਹੜੇ ਬੰਦੇ ਕ੍ਰਿਮੀਨਲ ਬੰਦੇ ਹੁੰਦੇ ਨੇ, ਸਰਕਾਰਾਂ ਉਹਨਾਂ ਨੂੰ ਵੀ ਆਪਣੇ ਕੰਮ ਲਈ ਵਰਤਦੀਆਂ ਹੁੰਦੀਆਂ ਨੇ, ਕਤਲ ਕਰਵਾਉਣ ਲਈ ਜਾਂ ਦੂਜੇ ਬੰਦੇ ਨੂੰ, ਦੂਜੇ ਰਾਜਨੀਤਿਕ ਪਾਰਟੀ ਨੂੰ ਨੁਕਸਾਨ ਕਰਾਉਣ ਲਈ। ਸੋ ਇਹ ਹਮੇਸ਼ਾ ਹੁੰਦਾ ਆਇਆ। ਸੋ ਦੇ ਵਰ ਅਪੁਆਇੰਟਡ ਆਊਟ ਆਫ ਓਲਡ ਹਾਰਡ ਕੋਰ ਕ੍ਰਿਮੀਨਲਸ। ਹਾਰਡ ਕੋਰ ਬੰਦੇ ਹੁੰਦੇ ਪੂਰੀ ਤਰ੍ਹਾਂ ਦੇ ਪੱਕੇ ਹੰਡੇ ਹੋਏ, ਮਤਲਬ ਕਿ ਜਿਹਨਾਂ ਦਾ ਧਰਮ ਹੀ ਉਹ ਸੀਗਾ ਕ੍ਰਿਮੀਨਲ, ਮਤਲਬ ਅਪਰਾਧ ਕਰਨਾ। ਸੋ ਇੱਦਾਂ ਦੇ ਪੱਕੇ ਵਫਾਦਾਰ ਜਿਹੜੇ ਉਹ ਸੀਗੇ ਅਪਰਾਧੀ ਕਿਸਮ ਦੇ ਬੰਦੇ, ਉਹਨਾਂ ਨੂੰ ਨੌਕਰੀਆਂ 'ਤੇ ਰੱਖਿਆ ਹੋਇਆ ਸੀਗਾ। ਇਹ ਵਾਰਡਰ, ਪੈਟੀ ਆਫੀਸਰ ਤੇ ਜਮਾਦਾਰ, ਇਹਨਾਂ ਨੂੰ ਨੌਕਰੀਆਂ ਦਿੱਤੀਆਂ ਹੋਈਆਂ ਸੀਗੀਆਂ ਵੀ ਇਹ ਜਿਹੜੇ ਬੰਦੇ ਇੱਕ ਕਿਸਮ ਦੇ ਅਪਰਾਧੀ ਸੀਗੇ, ਉਹਨਾਂ ਨੂੰ ਨੌਕਰੀ ਉਹ ਸੀਗੇ, ਤੇ ਉਹਨਾਂ ਦਾ ਕੰਮ ਹੀ ਇਹ ਸੀਗਾ, ਉਹਨਾਂ ਦੇ ਦਿਲ ਤੇ ਪਹਿਲੇ ਪੱਥਰ ਹੋ ਚੁੱਕੇ ਸੀਗੇ। ਐਂਡ ਦੇ ਔਰ ਇਹਨਾਂ 'ਚ ਜ਼ਿਆਦਾਤਰ ਇੰਡੀਅਨ ਹੀ ਸੀਗੇ। ਉਹ ਕੋਈ ਗੋਰੇ ਨਹੀਂ ਸੀਗੇ, ਗੋਰੇ ਦੇ ਹੁਕਮ ਦਿੰਦੇ ਸੀਗੇ, ਕੁੱਟਣ ਮਾਰਨ ਵਾਲੇ ਤੇ ਇੰਡੀਅਨ ਹੀ ਸੀਗੇ। ਸੋ ਇਹ ਬੱਚਿਓ ਇਹ ਵੀ ਇੱਕ ਬੜੀ ਮਜ਼ੇਦਾਰ ਗੱਲ ਹੈਗੀ ਹੈ ਵੀ ਕਈ ਵਾਰ ਕੀ ਹੁੰਦਾ ਕਿ ਆਪਾਂ ਜਿਹੜੇ ਜਿਹਨਾਂ ਨੂੰ ਮਾਰਨਾ ਹੁੰਦਾ ਉਹਨਾਂ 'ਚੋਂ ਇੱਕ ਅੱਧੇ ਬੰਦੇ ਲੱਭੇ ਜਾਂਦੇ ਨੇ, ਆਪਣੇ ਆਪ ਤੋੜੇ ਜਾਂਦੇ ਨੇ, ਉਹਨਾਂ ਨੂੰ ਕੋਈ ਚੋਗਾ ਪਾਇਆ ਜਾਂਦਾ, ਫਿਰ ਉਹਨਾਂ ਨੂੰ ਹੀ ਵਰਤਿਆ ਜਾਂਦਾ ਉਹਨਾਂ ਆਪਣੇ ਵਿਰੋਧੀਆਂ ਨੂੰ ਮਾਰਨ ਲਈ। ਸੋ ਓਲਡ ਹਾਰਡ ਕੋਰ ਕ੍ਰਿਮੀਨਲਸ ਐਂਡ ਦੇ ਐਨਜੋਇਡ, ਤੇ ਉਹਨਾਂ ਨੂੰ ਬੜਾ ਮਜ਼ਾ ਆਉਂਦਾ ਸੀਗਾ ਐਬਿਊਜ਼ਿੰਗ, ਗਾਲਾਂ ਕੱਢਣ 'ਚ।
ਹਿਊਮਿਲੇਟਿੰਗ ਉਹਨਾਂ ਨੂੰ ਜ਼ਲੀਲ ਕਰਨ ਵਿੱਚ, ਐਂਡ ਇਲ ਟ੍ਰੀਟਿੰਗ ਦੀ ਪ੍ਰਿਜ਼ਨਰਸ, ਤੇ ਉਹ ਕੈਦੀਆਂ ਦੇ ਨਾਲ ਦੁਰਵਿਵਹਾਰ ਕਰਕੇ ਉਹਨਾਂ ਨੂੰ ਬੜਾ ਚੰਗਾ ਲੱਗਦਾ ਸੀ, ਉਹਨਾਂ ਨੂੰ ਬੜਾ ਮਜ਼ਾ ਆਉਂਦਾ ਸੀਗਾ। ਉਹਨਾਂ ਦੀ ਇਹ ਮਤਲਬ ਕਿ ਉਹਨਾਂ ਦੀ ਇਹ ਖੁਰਾਕ ਬਣ ਚੁੱਕੀ ਸੀਗੀ। ਸੋ ਇਸ ਕਰਕੇ ਇਹਨਾਂ ਨੂੰ ਡੈਮੀਗੋਡਸ ਕਿਹਾ ਜਾਂਦਾ ਸੀਗਾ। ਠੀਕ ਹੈ, ਫਿਰ ਆ ਗਿਆ ਕੁਐਸਚਨ ਨੰਬਰ 8, ਵਟ ਵਾਜ਼ ਦੀ ਮੰਤਰਾ ਆਫ ਗਦਰਾਈਟਸ। ਗਦਰਾਈਟ ਦਾ ਮਤਲਬ ਹੈ ਗਦਰ ਪਾਰਟੀ ਦੇ ਮੈਂਬਰ। ਠੀਕ ਹੈ, ਉਹਨੂੰ ਗਦਰਾਈਟਸ ਕਹਿੰਦੇ ਨੇ, ਜਿੱਦਾਂ ਅਸੀਂ ਕਹਿੰਦੇ ਡੇਲੀਆਈਟਸ, ਦਿੱਲੀ ਦੇ ਰਹਿਣ ਵਾਲੇ ਡੇਲੀਆਈਟਸ। ਠੀਕ ਹੈ, ਸੋ ਇਸ ਤਰ੍ਹਾਂ ਮਤਲਬ ਕੀ ਹੈ, ਗਦਰਾਈਟਸ ਦਾ ਮਤਲਬ ਹੈ ਜੋ ਗਦਰ ਪਾਰਟੀ ਨਾਲ ਸੰਬੰਧਿਤ ਸੀਗੇ। ਮੰਤਰਾ ਮੈਨੇ ਉਹਨਾਂ ਦਾ ਜਿਹੜਾ ਫਾਰਮੂਲਾ, ਉਹਨਾਂ ਦਾ ਮੰਤਰ ਕੀ ਸੀਗਾ, ਅਰਥਾਤ ਉਹਨਾਂ ਨੇ ਕਿਹੜੀ ਗੱਲ ਬੁਨਿਆਦੀ ਤੌਰ ਤੇ ਮਿੱਥੀ ਹੋਈ ਸੀਗੀ, ਰਾਈਟ ਇਨ ਦੀ ਬਿਗਨਿੰਗ ਆਫ देयर ਕਨਵਿਕਸ਼ਨ ਪੀਰੀਅਡ। ਕਨਵਿਕਸ਼ਨ ਪੀਰੀਅਡ ਹੁੰਦਾ ਹੈ ਕੈਦ ਦਾ ਸਮਾਂ। ਕੈਦ ਦਾ ਸਮਾਂ ਸ਼ੁਰੂ ਹੋਣ ਤੇ ਸਾਰੀ ਉਹਨਾਂ ਨੇ ਕਿਹੜੀ ਗੱਲ ਲਈ ਮਨ ਬਣਾ ਲਿਆ ਸੀਗਾ। ਸੋ ਬੱਚਿਓ ਇਧਰੋਂ ਪਤਾ ਲੱਗਦਾ ਵੀ ਗਦਰੀ ਬਾਬੇ ਜਿਹੜੇ ਨੇ ਕਿੰਨਾ ਦ੍ਰਿੜ ਨਿਸ਼ਚੇ ਵਾਲੇ ਸੀਗੇ। ਰਾਈਟ ਇਨ ਦੀ ਬਿਗਨਿੰਗ ਆਫ देयर ਕਨਵਿਕਸ਼ਨ ਪੀਰੀਅਡ, ਅਰਥਾਤ ਆਪਣੀ ਕੈਦ ਦੇ ਸਮੇਂ ਦੀ ਸ਼ੁਰੂਆਤ ਵਿੱਚ ਹੀ, ਬਿਲਕੁਲ ਮੁੱਢ ਤੋਂ ਹੀ, ਦੀ ਗਦਰਾਈਟਸ ਰਿਜ਼ੋਲਵਡ, ਰਿਜ਼ੋਲਵ ਹੁੰਦਾ ਹੈ ਦ੍ਰਿੜ ਨਿਸ਼ਚਾ ਕਰ ਲੈਣਾ, ਪੱਕਾ ਇਰਾਦਾ ਕਰ ਲੈਣਾ, ਮਨ ਬਣਾ ਲੈਣਾ। ਸੋ ਦੀ ਗਦਰਾਈਟਸ ਰਿਜ਼ੋਲਵਡ ਦੈਟ, ਕੀ ਰਿਜ਼ੋਲਵ ਕੀਤਾ, that they would not suffer any humiliation, ਕਿ ਉਹ ਕਿਸੇ ਵੀ ਕਿਸਮ ਦੀ ਜ਼ਲਾਲਤ ਜਿਹੜੀ ਹੈ, ਬੇਇੱਜ਼ਤੀ, ਇਹ ਪਹਿਲੇ ਕੈਦੀ ਉਹਨੂੰ ਕਰਦੇ ਪਏ ਸੀਗੇ ਤੇ ਗਦਰੀ ਬਾਅਦ ਚੋਂ ਆਏ, ਉਹਨਾਂ ਨੂੰ ਪਤਾ ਲੱਗਿਆ ਵੀ ਇੱਦਾਂ ਦੇ ਮਾਹੌਲ ਹੈਗਾ, ਤੇ ਉਹਨਾਂ ਨੇ ਪਹਿਲੀ ਆਪਣੇ ਮਨ 'ਚ ਧਾਰ ਲਿਆ ਸੀਗਾ ਵੀ ਉਹ ਕਿਸੇ ਵੀ ਕਿਸਮ ਦੀ ਇਸ ਤਰ੍ਹਾਂ ਦੀ ਹਿਊਮਿਲੀਏਸ਼ਨ, ਬੇਇੱਜ਼ਤੀ ਜਿਹੜੀ ਜ਼ਲੀਲ ਉਹ ਕਰਦੇ ਨੇ ਵਾਰਡਰ ਵਗੈਰਾ ਡੈਮੀਗੋਡ, ਉਹ ਨਹੀਂ ਚੱਲਣਗੇ, ਔਰ ਅਬਿਊਜ਼ ਔਰ ਗਾਲਾਂ ਨਹੀਂ ਚੱਲਣਗੇ। ਐਂਡ ਸਟ੍ਰਾਈਕ ਬੈਕ ਬੜੇ ਮੋੜਵਾਂ ਜਵਾਬ ਦੇਵਾਂਗੇ, ਠੋਕਾਂਗੇ ਚੰਗੀ ਤਰ੍ਹਾਂ, ਡਿਟਰਮਿਨੇਟਲੀ, ਬੜੇ ਤਗੜੇ ਹੋ ਕੇ, ਮਣੀ ਬੜੇ ਪੱਕੇ ਇਰਾਦੇ ਨਾਲ ਅਸੀਂ ਮੋੜਵਾਂ ਜਵਾਬ ਦੇਵਾਂਗੇ। ਅਸੀਂ ਇਹ ਗੱਲ ਜਿਹੜਾ ਜ਼ੁਲਮ ਹੈਗਾ ਚੁੱਪਚਾਪ ਨਹੀਂ ਚੱਲਾਂਗੇ। ਮਣੀ ਕਿੰਨਾ ਜ਼ਬਰਦਸਤ ਉਹਨਾਂ ਦਾ ਇਰਾਦਾ ਸੀਗਾ। ਸੋ ਕੁਐਸਚਨ ਨੰਬਰ 9, ਵਾਈ ਵਾਜ਼ ਜੋਤਿਸ਼ ਚੰਦਰਾ ਪਾਲ ਰਿਮੂਵਡ ਟੂ ਅ ਮੈਂਟਲ ਹਸਪੀਟਲ। ਅਰਥਾਤ ਜੋਤਿਸ਼ ਚੰਦਰ ਪਾਲ ਨੂੰ ਉਹ ਜਿਹੜਾ ਪਾਗਲਖਾਨਾ ਹੈ, ਪਾਗਲਖਾਨੇ ਦਾ ਹਸਪਤਾਲ ਹੈਗਾ, ਉੱਥੇ ਕਿਉਂ ਸ਼ਿਫਟ ਕੀਤਾ ਗਿਆ। ਸੋ ਕਿਤਾਬ 'ਚ ਲਿਖਿਆ, ਬਿਕੋਜ਼ ਆਫ ਬੀਇੰਗ ਔਨ ਅ ਪ੍ਰੋਲੋਂਗਡ ਹੰਗਰ ਸਟ੍ਰਾਈਕ। ਪ੍ਰੋਲੋਂਗਡ ਮਾਨੇ ਲੰਬੀ, ਹੰਗਰ ਸਟ੍ਰਾਈਕ ਮਾਨੇ ਭੁੱਖ ਹੜਤਾਲ, ਬਹੁਤ ਲੰਬੀ ਭੁੱਖ ਹੜਤਾਲ ਤੇ ਹੋਣ ਕਰਕੇ ਜੋਤਿਸ਼ ਚੰਦਰ ਪਾਲ ਪਾਸਡ ਬਲੱਡ ਇਨ ਸਟੂਲਸ। ਸਟੂਲਸ ਹੁੰਦੇ ਬੱਚੋ ਟੱਟੀ, ਪਾਸ ਸਟੂਲ ਹੁੰਦਾ, ਇਹ ਪਾਸ ਬਲੱਡ ਇਨ ਸਟੂਲਸ ਹੁੰਦਾ, ਟੱਟੀ ਰਾਹੀਂ ਖੂਨ ਦਾ ਆਣਾ। ਠੀਕ ਹੈ, ਸੋ ਉਹਦੀ ਟੱਟੀ ਵਿੱਚ ਖੂਨ ਆਣਾ ਸ਼ੁਰੂ ਹੋ ਗਿਆ, ਮਤਲਬ ਕਿ ਹੁਣ ਅੰਦਰੋਂ ਦੀ ਅੰਦਰ ਦੀ ਖੂਨ ਆ ਰਿਹਾ ਤੇ ਬੰਦੇ ਦੀ ਹਾਲਤ ਜਿਹੜੀ ਹੈ ਮੈਡੀਕਲੀ ਬਹੁਤ ਖਰਾਬ ਹੋ ਗਈ ਹੈ। ਤੇ ਫਿਰ ਕੀ ਹੋਇਆ, ਆਫਟਰ ਅ ਮੰਥ, ਤੇ 1 ਮਹੀਨੇ ਬਾਅਦ ਕੀ ਹੋਇਆ, ਹੀ ਲੌਸਟ ਹਿਜ਼ ਮੈਂਟਲ ਬੈਲੈਂਸ। ਉਹਦਾ ਦਿਮਾਗੀ ਸੰਤੁਲਨ ਜਿਹੜਾ ਹੈ ਉਹ ਖਤਮ ਹੋ ਗਿਆ, ਮਤਲਬ ਕਿ ਉਹ ਪਾਗਲ ਹੋ ਗਿਆ। ਐਂਡ ਵਾਜ਼ ਰਿਮੂਵਡ ਟੂ ਅ ਮੈਂਟਲ ਹਸਪੀਟਲ, ਤੇ ਇਸ ਤਰ੍ਹਾਂ ਉਹਨੂੰ ਮੈਂਟਲ ਹਸਪੀਟਲ ਵਿੱਚ ਸ਼ਿਫਟ ਕਰ ਦਿੱਤਾ ਗਿਆ। ਆਖਰੀ ਸਵਾਲ, ਵਾਈ ਡਿਡ ਜੇਲ ਅਥਾਰਟੀਜ਼ ਡਿਸਕੰਟੀਨਿਊ। ਡਿਸਕੰਟੀਨਿਊ ਦਾ ਹੁੰਦਾ ਹੈ ਮਤਲਬ ਕਰਦੇ ਹੋਏ ਕੰਮ ਨੂੰ ਰੋਕ ਦੇਣਾ, ਕੰਟੀਨਿਊ ਹੁੰਦਾ ਜਾਰੀ ਰੱਖਣਾ, ਡਿਸਕੰਟੀਨਿਊ ਜਿਹੜਾ ਕੰਮ ਚੱਲਦਾ ਸੀ ਉਹਨੂੰ ਵਿੱਚ ਵਿਚਾਲੇ ਰੋਕ ਦੇਣਾ। ਜੇਲ ਅਥਾਰਟੀਜ਼ ਅਰਥਾਤ ਜੇਲ੍ਹ ਦੇ ਅਧਿਕਾਰੀਆਂ ਨੇ ਕਿਉਂ ਰੋਕ ਦਿੱਤਾ, ਸਮ ਆਫ देयर ਪ੍ਰੈਕਟਿਸਿਸ ਆਫ ਬੈਡ ਟ੍ਰੀਟਮੈਂਟ, ਅਰਥਾਤ ਜਿਹੜੇ ਉਹ ਦੁਰਵਿਵਹਾਰ ਕੈਦੀਆਂ ਨਾਲ ਕਰਦੇ ਸੀਗੇ, ਉਹਦੇ ਕੁਝ ਜਿਹੜੇ ਉਹਦੀਆਂ ਆਦਤਾਂ ਸੀਗੀਆਂ ਜਾਂ ਕੁਝ ਜਿਹੜੇ ਅੰਸ਼ ਸੀਗੇ, ਉਹਨਾਂ ਨੇ ਕਿਉਂ ਰੋਕ ਦਿੱਤੇ ਜੇਲ੍ਹ ਅਧਿਕਾਰੀਆਂ। ਸੋ ਜਵਾਬ ਹੈ, ਵਾਈਲ ਇਨ ਦੀ ਜੇਲ, ਅਰਥਾਤ ਜਦੋਂ ਜੇਲ੍ਹ ਵਿੱਚ ਸੀਗੇ, ਦੀ ਗਦਰਾਈਟਸ ਹੈਡ ਸਟਾਰਟਿਡ ਅ ਸਟ੍ਰਾਈਕ, ਗਦਰੀ ਬਾਬਿਆਂ ਨੇ ਇੱਕ ਹੜਤਾਲ ਸ਼ੁਰੂ ਕਰ ਦਿੱਤੀ ਸੀ। ਤੇ ਅੰਡਮਾਨ ਜੇਲ ਹੈਡ ਨੈਵਰ ਸੀਨ ਅ ਸਟ੍ਰਾਈਕ ਔਨ ਸੱਚ ਅ ਲਾਰਜ ਸਕੇਲ ਲਾਸਟਿੰਗ ਫॉर ਸੱਚ ਅ ਲੌਂਗ ਟਾਈਮ। ਤੇ ਅੰਡਮਾਨ ਜੇਲ ਨੇ ਹੈਡ ਨੈਵਰ ਸੀਨ ਅ ਸਟ੍ਰਾਈਕ, ਅਰਥਾਤ ਅੱਜ ਤੱਕ ਹੜਤਾਲ ਨਹੀਂ ਦੇਖੀ ਸੀ, ਇਹੋ ਜਿਹੀ ਹੜਤਾਲ, ਔਨ ਸੱਚ ਅ ਲਾਰਜ ਸਕੇਲ, ਇੰਨੀ ਵੱਡੀ ਪੱਧਰ ਤੇ, ਜਿਸ 'ਚ ਬਹੁਤ ਸਾਰੇ ਕੈਦੀਆਂ ਨੇ ਹੁਮਾ ਕੇ ਸਾਥ ਦਿੱਤਾ ਹੋਵੇ, ਵੀ ਇੰਨੀ ਵੱਡੀ ਪੱਧਰ ਤੇ ਉਹਨਾਂ ਨੇ, ਕਦੀ ਹੁੰਦਾ ਸੀ ਵੀ ਜੇ 4 ਬੰਦੇ ਨੇ ਹੜਤਾਲ ਕਰਤੀ, ਕੋਈ 2 ਨੇ ਕਰਤੀ, ਕੋਈ 1 ਨੇ ਕਰਤੀ, ਇੱਦਾਂ ਆਮ ਹੁੰਦਾ ਰਹਿੰਦਾ ਸੀਗਾ। ਪਰ ਜਿਹੜੀ ਹੜਤਾਲ ਦਾ ਸੱਦਾ ਗਦਰੀ ਬਾਬੇ ਨੇ ਦਿੱਤਾ ਸੀਗਾ, ਅੰਡਮਾਨ ਜੇਲ ਹੈਡ ਨੈਵਰ ਸੀਨ ਅ ਸਟ੍ਰਾਈਕ ਔਨ ਸੱਚ ਅ ਲਾਰਜ ਸਕੇਲ, ਇੰਨੀ ਵੱਡੀ ਪੱਧਰ ਤੇ ਅੱਜ ਤੱਕ ਅੰਡਮਾਨ ਜੇਲ ਨੇ ਕਦੀ ਉਹ ਹੜਤਾਲ ਨਹੀਂ ਦੇਖੀ ਸੀ, ਲਾਸਟਿੰਗ ਫॉर ਸੱਚ ਅ ਲੌਂਗ ਟਾਈਮ, ਤੇ ਜਿਹੜੀ ਇੰਨੀ ਲੰਬੇ ਸਮੇਂ ਲਈ ਚੱਲੀ ਹੋਵੇ। ਬੱਚਿਓ ਦੇਖੋ, ਇਹ ਸਾਡਾ ਇਤਿਹਾਸ ਬੜਾ ਪੁਰਾਣਾ ਹੈ। ਸੋ ਗਦਰੀ ਬਾਬੇ ਨੇ ਉੱਥੇ ਸਟ੍ਰਾਈਕ ਕੀਤੀ ਸੀ, ਤੇ ਇੱਥੇ ਦੇਖੋ ਕਿਸਾਨਾਂ ਨੇ ਕਿੰਨਾ 1 ਸਾਲ ਪੂਰਾ ਦਿੱਲੀ ਦੀ ਜੂਹਾਂ ਦੇ ਬਹਿ ਕੇ ਕਿੰਨਾ ਲੰਬੀ ਹੜਤਾਲ ਕੀਤੀ, ਇੰਨੀ ਵੱਡੀ ਪੱਧਰ ਤੇ ਇੰਨੇ ਲੰਬੇ ਸਮੇਂ ਲਈ। ਸੋ ਇੱਥੇ ਵੀ ਲੋਕ ਕਹਿੰਦੇ ਨੇ ਵੀ ਇਹੋ ਜਿਹਾ ਸੰਘਰਸ਼ ਜਿਹੜਾ ਅੱਜ ਤੱਕ ਹਿੰਦੁਸਤਾਨ ਨੇ ਕਦੀ ਨਹੀਂ ਦੇਖਿਆ। ਦੀ ਸਿੰਗਲ ਮਾਈਂਡਡ ਮੈਨੇ ਇੱਕ ਨਿਸ਼ਾਨਾ ਮੁੱਖ ਰੱਖ ਕੇ, ਦੀ ਸਿੰਗਲ ਮਾਈਂਡਡ, ਅਰਥਾਤ ਇੱਧਰ ਉੱਧਰ ਉਹਨੇ ਹੋਰ ਕੋਈ ਗੱਲ ਨਹੀਂ ਕੀਤੀ। ਦੀ ਸਿੰਗਲ ਮਾਈਂਡਡ, ਅਨਸ਼ੇਕੇਬਲ ਮੈਨੇ ਅਡੋਲ, ਮਤਲਬ ਕਿ ਜਿਹਨੂੰ ਡੁਲਾ ਨਾ ਸਕੇ,
जे तो बंदा घबरावे ना, उन्हें कहते अनशेकेबल। ज्वाइंट रेजिस्टेंस, रेजिस्टेंस मैंने विरोध, ज्वाइंट मैंने साझा, अर्थात सारे कैदी ਜਿਹੜੇ ਸੀਗੇ ਇੱਕ ਸੁਰ ਸੀਗੇ, ਉਹਨਾਂ ਦਾ ਜਜ਼ਬਾ ਅਡੋਲ ਸੀਗਾ ਤੇ ਉਹਨਾਂ ਦਾ ਵਿਰੋਧ ਸਾਂਝਾ ਸੀਗਾ। ਇਨ ਦੀ ਫੇਸ ਆਫ ਅਨਸਪੀਕੇਬਲ ਸਫਰਿੰਗ, ਸਫਰਿੰਗ ਮੈਨੇ ਕਸ਼ਟ, ਅਨਸਪੀਕੇਬਲ ਮੈਨੇ ਅਕਥ, ਜਿਹਨੂੰ ਬਿਆਨ ਨਾ ਕੀਤਾ ਜਾ ਸਕੇ, ਅਰਥਾਤ ਬਿਆਨ ਨਾ ਕਰਨ ਯੋਗ ਕਸ਼ਟਾਂ ਨੂੰ ਝੱਲਦੇ ਹੋਏ ਵੀ, ਇਨ ਦੀ ਫੇਸ ਆਫ ਮੈਨੇ ਉਹਦਾ ਟਾਕਰਾ ਕਰਦੇ ਹੋਏ ਵੀ, ਉਹਨੂੰ ਸਨਮੁਖ ਰੱਖ ਕੇ ਵੀ, ਸਾਰੇ ਕਸ਼ਟ ਝੱਲਦੇ ਹੋਏ ਵੀ, ਜਦੋਂ ਉਹਨਾਂ ਦਾ ਸਿੰਗਲ ਮਾਈਂਡਡ ਅਨਸ਼ੇਕੇਬਲ ਜੁਆਇੰਟ ਰੈਜ਼ਿਸਟੈਂਸ ਹੋਇਆ, ਇਹ ਗੱਲਾਂ ਨੇ ਫੋਰਸ ਦੀ ਜੇਲ ਅਥਾਰਟੀਜ਼, ਜੇਲ੍ਹ ਦੇ ਅਧਿਕਾਰੀਆਂ ਨੂੰ ਮਜਬੂਰ ਕਰ ਦਿੱਤਾ, ਕਾਹਦੇ ਲਈ, ਟੂ ਡਿਸਕੰਟੀਨਿਊ, ਕਿ ਰੋਕ ਦਿੱਤਾ ਜਾਵੇ ਸਮ ਆਫ ਦੀ ਪ੍ਰੈਕਟਿਸਿਸ ਆਫ ਬੈਡ ਟ੍ਰੀਟਮੈਂਟ, ਅਰਥਾਤ ਜਿਹੜਾ ਦੁਰਵਿਵਹਾਰ ਦੇ ਜਿਹੜੀ ਕੁਝ ਗੱਲਾਂ ਉਹ ਕਰਦੇ ਸੀਗੇ, ਕਿ ਗਾਲਾਂ ਕੱਢਣੀਆਂ, ਜ਼ਲੀਲ ਕਰਨਾ, ਕੋੜੇ ਮਾਰਨੇ, ਇੱਦਾਂ ਦਾ ਕੋਈ ਜਿਹੜੇ ਉਹਨਾਂ ਨੇ ਜ਼ਿਕਰ ਨਹੀਂ ਕੀਤਾ ਲੇਖ ਦੇ ਵਿੱਚ, ਵੀ ਸਮ ਆਫ ਦੀ ਪ੍ਰੈਕਟਿਸਿਸ ਜਿਹੜੀਆਂ ਸੀਗੀਆਂ, ਕੁਛ ਜਿਹੜੀਆਂ ਉਹਨਾਂ ਦੇ ਜਿਹੜੇ ਅੰਸ਼ ਸੀਗੇ ਦੁਰਵਿਵਹਾਰ ਦੇ, ਉਹਨਾਂ ਨੂੰ ਜੇਲ੍ਹ ਅਥਾਰਟੀਜ਼ ਨੂੰ ਰੋਕਣ ਲਈ ਮਜਬੂਰ ਕਰ ਦਿੱਤਾ। ਸੋ ਐਸੀ ਪਿਆਰੇ ਵਿਦਿਆਰਥੀਓ, ਤੁਹਾਡੇ ਇਸ ਲੈਸਨ ਦੇ ਗਦਰੀ ਬਾਬਾ ਜ਼ਿਨ ਕਾਲਾ ਪਾਣੀ ਜੇਲ੍ਹ ਦੇ ਸ਼ਾਰਟ ਆਨਸਰ ਟਾਈਪ ਕੁਐਸਚਨ। ਸੋ ਤੁਸੀਂ ਇਸੇ ਤਰ੍ਹਾਂ ਨੇਮ ਦੇ ਨਾਲ, ਅਨੁਸ਼ਾਸਨ ਨਾਲ ਆਪਣੀ ਪੜ੍ਹਾਈ ਕਰੀ ਚਲੋ, ਤੇ ਅਗਲੇ ਵੀਡੀਓ ਤੱਕ ਲਈ ਗੁੱਡ ਬਾਏ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਰੱਬ ਰਾਖਾ। ਥੈਂਕ ਯੂ ਵੈਰੀ ਮਚ।